ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਕਬੀਰ ਜੀ ਮਾਧੋ ਜਲ ਕੀ ਪਿਆਸ न जाए, जल में अगन उठी अधिकाए रहाओ। तू जल निध हों जल का मीन, जल मह रहों जल है बिन खीन। तू पिंजर हों सुअटा तोर, जम मंजार कहाँ करे मोर। तू तरवर हों पंखी आहें, मंद भागी तेरो दर्शन नाहे। तू सतगुर हों नौ तन चेला, कह कबीर मिल अंत की बेला। तू सतगुर हों नौ तन चेला, कह कबीर मिल अंत की बेला। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਭਗਤ ਕਬੀਰ ਜੀ ਦਾ ਗੌੜੀ ਰਾਗ ਦੇ ਵਿੱਚ ਇਹ ਦੂਜਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 323 ਅੰਕ ਦੇ ਉੱਪਰ ਸੁਭਾਏਮਾਨ ਹੈ। ਇਸ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਬੇਨਤੀ ਕਰਾਂ ਕਿ ਪਹਿਲਾਂ ਵੀ ਮੈਂ ਸ਼ਬਦ ਦੇ ਵਿੱਚ ਇੱਕ ਗੱਲ ਕਹੀ ਸੀ, ਪਿਛਲੇ ਸ਼ਬਦ ਦੀ ਵਿਚਾਰ ਕਰਦੇ ਹਾਂ ਕਿ ਸਾਡਾ ਯਤਨ ਹੈ, ਮੇਰਾ ਯਤਨ ਹੈ ਕਿ ਅਸੀਂ ਗੁਰਬਾਣੀ ਦੀ ਵਿਚਾਰ ਜਿਵੇਂ ਸਾਨੂੰ ਸਮਝ ਆਉਂਦੀ ਹੈ, ਜਿਵੇਂ ਸਾਡੇ ਦਿਮਾਗ ਦੇ ਵਿੱਚ ਗੁਰਬਾਣੀ ਦਾ ਨਜ਼ਰੀਆ ਜੋ ਬਣਿਆ, ਉਸ ਨਜ਼ਰੀਏ ਦੇ ਨਾਲ ਅਸੀਂ ਗੁਰਬਾਣੀ ਨੂੰ ਸਮਝਣ ਦਾ ਯਤਨ ਕਰੀਏ। ਮੈਂ ਕੋਈ ਟੀਕਾਕਾਰਾਂ ਤੋਂ ਜਾਂ ਗ੍ਰਾਮਰ ਦੇ ਹਿਸਾਬ ਦੇ ਨਾਲ ਸਿੱਖ ਕੇ ਇਹ ਅਰਥ ਵਿਚਾਰ ਆਪ ਜੀ ਦੇ ਨਾਲ ਨਹੀਂ ਕਰ ਰਿਹਾ। ਹਾਂ, ਆਮ ਜਾਣਕਾਰੀ ਦੇ ਲਈ ਟੀਕੇ ਵੀ ਪੜ੍ਹਦੇ ਹਾਂ ਅਤੇ ਗ੍ਰਾਮਰ ਦਾ ਵੀ ਪਤਾ ਹੁੰਦਾ ਹੈ, ਪਰ ਮੈਨੂੰ ਲੱਗਦਾ ਕਿ ਟੀਕਾਕਾਰ ਆਪਣੀ ਇੱਕ ਬੰਦਿਸ਼ ਦੇ ਵਿੱਚ ਚੱਲਦੇ ਆ ਅਤੇ ਇਹਦੇ ਨਾਲ ਹੀ ਜਿਹੜੀ ਵਿਆਕਰਨ ਹੈ ਉਹ ਵੀ ਸਾਨੂੰ ਕਿਤੇ ਨਾ ਕਿਤੇ ਬੰਦਿਸ਼ ਦੇ ਵਿੱਚ ਪਾ ਕੇ ਰੱਖਦੀ ਹੈ। ਇਸ ਲਈ ਅੱਜ ਦੇ ਯੁੱਗ ਦੇ ਵਿੱਚ ਜੋ ਸਾਡੇ ਸਮਾਜ ਦੇ ਲਈ ਅਸੀਂ ਤਰੱਕੀ ਕਰ ਸਕੀਏ, ਉਹਦੇ ਮੁਤਾਬਕ ਅਸੀਂ ਗੁਰਬਾਣੀ ਦੀ ਵਿਚਾਰ ਕਰਨ ਦਾ ਯਤਨ ਕਰੀਏ। ਗੁਰਬਾਣੀ ਦੇ ਵਿੱਚ ਬਹੁਤ ਵਾਰ ਸ਼ਬਦ ਆਉਂਦਾ ਹੈ ਨਾਮ, ਇਹਦੇ ਨਾਲ ਨਾਲ ਗਿਆਨ, ਇਸੇ ਤਰ੍ਹਾਂ ਸ਼ਬਦ ਆਉਂਦਾ ਹੈ ਬਾਣੀ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਜਾਂ ਆਉਂਦਾ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਹਦੇ ਨਾਲ ਹੀ ਸ਼ਬਦ ਆਉਂਦਾ ਹੈ ਗੁਰੂ ਅਤੇ ਰੱਬ ਦੇ ਨਾਮ, ਜਿਵੇਂ ਪਰਮਾਤਮਾ, ਪ੍ਰਭੂ, ਪਰਮੇਸ਼ਰ, ਹਰੀ, ਮਾਧਵ, ਬਹੁਤ ਸਾਰੇ ਨਾਮ ਆਉਂਦੇ ਆ। ਸਭ ਤੋਂ ਪਹਿਲਾਂ ਤਾਂ ਖਿਆਲ ਰੱਖਣਾ ਚਾਹੀਦਾ ਕਿ ਗੁਰਬਾਣੀ ਦੇ ਵਿੱਚ ਸ਼ਬਦ ਬਹੁਤ ਸਾਰੇ ਆਏ ਆ, ਬੜੀਆਂ ਭਾਸ਼ਾਵਾਂ ਦੇ ਵਿੱਚੋਂ ਅਲੱਗ-ਅਲੱਗ ਬੋਲੀਆਂ ਦੇ ਸ਼ਬਦ ਆਏ ਆ। ਅਲੱਗ-ਅਲੱਗ ਇਲਾਕਿਆਂ ਦੇ ਹਿਸਾਬ ਨਾਲ ਭਗਤਾਂ ਦੀ ਬਾਣੀ, ਜਿੱਥੇ-ਜਿੱਥੇ ਭਗਤ ਹੋਏ ਆ ਉਸ ਬੋਲੀ ਦੇ ਸ਼ਬਦ ਆਏ ਆ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਵੀ ਜਿੱਥੇ-ਜਿੱਥੇ ਗਏ ਆ, ਅਲੱਗ ਤਰ੍ਹਾਂ ਦੀ ਭਾਸ਼ਾ ਉਹਨਾਂ ਨੇ ਹਰ ਥਾਂ 'ਤੇ ਜਾ ਕੇ ਉੱਥੋਂ ਦੀ ਭਾਸ਼ਾ, ਉਸ ਇਲਾਕੇ ਦੀ ਬੋਲੀ ਜਿਹੜੀ ਆ ਉਹ ਬੋਲੀ ਆ। ਇਸ ਤਰ੍ਹਾਂ ਗੁਰਬਾਣੀ ਵਿੱਚ ਬਹੁਤ ਸਾਰੇ ਸ਼ਬਦ ਅਲੱਗ-ਅਲੱਗ ਆਏ ਆ, ਪਰ ਉਹਨਾਂ ਦਾ ਜਿਹੜਾ ਭਾਵ ਹੁੰਦਾ ਹੈ ਉਹ ਇੱਕੋ ਹੀ ਹੁੰਦਾ ਹੈ। ਜਿਵੇਂ ਸ਼ਬਦ ਆਉਂਦਾ ਸ਼ਬਦ ਗੁਰੂ ਸੁਰ ਧੁਨ ਚੇਲਾ, ਜਾਂ ਆਉਂਦਾ ਬਾਣੀ ਗੁਰੂ, ਗੁਰੂ ਹੈ ਬਾਣੀ। ਹੁਣ ਉੱਥੇ ਸ਼ਬਦ ਜਾਂ ਬਾਣੀ ਦੇ ਵਿੱਚ ਕੋਈ ਫਰਕ ਨਹੀਂ ਹੈ। ਸ਼ਬਦ ਜਾਂ ਬਾਣੀ ਇੱਕ ਹੀ ਚੀਜ਼ ਹੈ। ਸ਼ਬਦ 'ਚੋਂ ਵੀ ਗਿਆਨ ਹੀ ਹੁੰਦਾ, ਪ੍ਰਾਪਤ ਹੁੰਦਾ, ਇਸੇ ਤਰ੍ਹਾਂ ਬਾਣੀ 'ਚੋਂ ਵੀ ਗਿਆਨ ਹੀ ਪ੍ਰਾਪਤ ਹੁੰਦਾ। ਇਸੇ ਤਰ੍ਹਾਂ ਗਿਆਨ ਕਹਿ ਲਈਏ, ਬਾਣੀ ਕਹਿ ਲਈਏ, ਸ਼ਬਦ ਕਹਿ ਲਈਏ, ਸਭ ਦਾ ਮਤਲਬ ਗਿਆਨ ਹੈ। ਇਸੇ ਤਰ੍ਹਾਂ ਨਾਮ ਦਾ ਮਤਲਬ ਵੀ ਗਿਆਨ ਹੈ। ਨਾਮ ਨਾਲ ਵੀ, ਨਾਮ ਦਾ ਮਤਲਬ ਵੀ ਸਮਝਣਾ ਹੈ, ਜਾਣਨਾ ਹੈ, ਗਿਆਨ ਹਾਸਲ ਕਰਨਾ ਹੈ। ਨਾਮ ਵਿੱਚ, ਗਿਆਨ ਵਿੱਚ, ਬਾਣੀ ਵਿੱਚ, ਸ਼ਬਦ ਵਿੱਚ ਕੋਈ ਫਰਕ ਨਹੀਂ। ਗੁਰੂ ਵਿੱਚ ਅਤੇ ਚਾਹੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ। ਆ ਜੋ ਇਸ ਸ਼ਬਦ ਦੀ ਵਿਚਾਰ ਜਦੋਂ ਸਮਝਾਂਗੇ ਆਪਾਂ ਨੂੰ ਇਸ ਗੱਲ ਦਾ ਪਤਾ ਹੋਰ ਲੱਗ ਜਾਣਾ। ਕਬੀਰ ਜੀ ਕਹਿਣ ਲੱਗੇ, ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮਹਿ ਅਗਨ ਉਠੀ ਅਧਿਕਾਏ ਰਹਾਓ। ਇਸ ਤੋਂ ਪਹਿਲਾ ਜਿਹੜਾ ਸ਼ਬਦ ਸੀ ਗੌੜੀ ਰਾਗ ਦੇ ਵਿੱਚ ਹੀ
ਉਹਦੇ ਵਿੱਚ ਕਬੀਰ ਜੀ ਕਹਿੰਦੇ ਅਬ ਮੋਹਿ ਜਲਤ ਰਾਮ ਜਲ ਪਾਇਆ। ਉੱਥੇ ਗੱਲ ਵੀ ਜਲ ਦੀ ਕੀਤੀ ਸੀ। ਹੁਣ ਇੱਥੇ ਸ਼ਬਦ ਆਉਂਦਾ ਜਲ। ਆਮ ਤੌਰ 'ਤੇ ਜਿਹੜੇ ਧਾਰਮਿਕ ਸਰੋਵਰਾਂ ਨੂੰ ਮੰਨਦੇ ਹੋਣ, ਤੀਰਥਾਂ ਨੂੰ ਮੰਨਦੇ ਹੋਣ, ਤਾਂ ਉੱਥੇ ਜਿਹੜਾ ਪਾਣੀ ਹੁੰਦਾ ਉਹ ਵੀ ਜਲ ਕਿਹਾ ਜਾਂਦਾ। ਜਿਵੇਂ ਜਲ ਦੇ ਨਾਲ ਪਿਆਸ ਮਿਟ ਜਾਂਦੀ ਹੈ, ਪਾਣੀ ਪੀਣ ਨਾਲ ਪਿਆਸ ਮਿਟ ਜਾਂਦੀ ਹੈ, ਇੱਥੇ ਜਲ ਦਾ ਮਤਲਬ ਉਹ ਬਾਹਰ ਵਾਲਾ ਪਾਣੀ ਜਿਹੜਾ ਆਪਾਂ ਵਰਤਦੇ ਹਾਂ ਉਹਦੀ ਗੱਲ ਨਹੀਂ ਆ। ਇੱਥੇ ਜਲ ਦਾ ਮਤਲਬ ਵੀ ਗਿਆਨ ਹੈ, ਨਾਮ ਹੈ, ਸ਼ਬਦ ਹੈ। ਇੱਥੇ ਜਲ ਦਾ ਮਤਲਬ ਬਾਹਰ ਵਾਲਾ ਪਾਣੀ ਨਹੀਂ ਹੈ। ਇਸ ਤਰ੍ਹਾਂ ਜਿੱਥੇ ਜਿੱਥੇ ਵੀ ਸ਼ਬਦ ਆਉਂਦੇ ਇਹੋ ਜਿਹੇ, ਜਿਵੇਂ ਰਾਮਦਾਸ ਸਰੋਵਰ ਨਹਾਤੇ, ਉੱਥੇ ਸਰੋਵਰ ਦਾ ਮਤਲਬ ਵੀ ਬਾਹਰ ਵਾਲਾ ਜਿਹੜਾ ਤਲਾਅ ਹੈ ਉਹਦਾ ਉਹ ਨਹੀਂ ਹੈ। ਇਸੇ ਤਰ੍ਹਾਂ ਗੁਰਬਾਣੀ ਵਿੱਚ ਜਲ ਸ਼ਬਦ ਜਦੋਂ ਪਿਛਲੇ ਸ਼ਬਦ ਵਿੱਚ ਆਇਆ ਅਬ ਮੋਹਿ ਜਲਤ ਰਾਮ ਜਲ ਪਾਇਆ, ਕਹਿਣ ਲੱਗੇ ਕਿ ਹੁਣ ਮੈਂ ਸੜਦੇ ਹੋਏ ਨੇ, ਯਾਨੀ ਅੰਦਰੋਂ ਮੇਰਾ ਜਿਹੜੀ ਅੱਗ ਸੀਗੀ, ਅੰਦਰ ਪਿਆਸ ਸੀਗੀ, ਤੇ ਹੁਣ ਮੈਨੂੰ ਰਾਮ ਦਾ ਜਲ, ਰਾਮ ਰਮਿਆ ਹੋਇਆ, ਜਲ ਮਤਲਬ ਰਮੇ ਹੋਏ ਦਾ ਗਿਆਨ ਹਾਸਲ ਹੋ ਗਿਆ। ਇਸੇ ਤਰ੍ਹਾਂ ਇੱਥੇ ਵੀ ਕਬੀਰ ਜੀ ਕਹਿੰਦੇ ਮਾਧੋ ਜਲ ਕੀ ਪਿਆਸ ਨਾ ਜਾਏ। ਹੇ ਮਾਧੋ, ਇੱਥੇ ਮਾਧੋ ਸ਼ਬਦ ਕਹਿ ਕੇ ਉਸ ਰਮੇ ਹੋਏ ਇੱਕ ਦੀ ਗੱਲ ਕੀਤੀ ਹੈ। ਕਹਿਣ ਲੱਗੇ ਉਹਨੂੰ ਕੋਈ ਬਲਿਹਾਰੀ ਜਾਉਂ ਜੇਤੇ ਤੇਰੇ ਨਾਮ ਹੈ। ਗੁਰਬਾਣੀ ਦਾ ਬਚਨ ਹੈ ਕਿ ਮੈਂ ਤੇਰੇ ਤੋਂ ਕੁਰਬਾਨ ਜਾਣਾ ਜਿੰਨੇ ਵੀ ਤੇਰੇ ਨਾਮ ਹੈ। ਚਾਹੇ ਮਾਧੋ ਕਹੀਏ, ਪਰ ਉਹਨੂੰ ਚਾਹੇ ਪਰਮਾਤਮਾ ਕਹੀਏ, ਰੱਬ ਕਹੀਏ, ਪਰਮੇਸ਼ਰ ਕਹੀਏ, ਕੁਛ ਵੀ ਸ਼ਬਦ ਵਰਤ ਲਈਏ, ਯਾਨੀ ਜਿਹੜਾ ਇੱਕ ਨਾਲ ਸੰਬੰਧਿਤ ਆਉਂਦਾ ਉੱਥੇ ਭਾਵ ਇੱਕ ਹੈ, ਜਿਹੜਾ ਸਾਰਿਆਂ ਦੇ ਵਿੱਚ ਇੱਕ ਰਸ ਵਿਆਪਕ ਹੈ। ਕਹਿੰਦੇ ਉਹਨੂੰ ਸੰਬੋਧਨ ਕਰ ਕਹਿੰਦੇ ਕਿ ਜਲ ਕੀ ਪਿਆਸ ਨਾ ਜਾਏ। ਜਲ ਕੀ ਹੈ? ਗਿਆਨ। ਹੇ ਰਮੇ ਹੋਏ ਪਰਮੇਸ਼ਰ, ਰਮੇ ਹੋਏ ਮਾਧਵ, ਰਮੇ ਹੋਏ ਐਨਰਜੀ ਜਾਂ ਪਾਵਰ, ਤੇਰੇ ਜਲ ਦੀ ਯਾਨੀ ਤੇਰੇ ਗਿਆਨ ਦੀ ਪਿਆਸ ਜਿਹੜੀ ਹੈ ਮਿਟਦੀ ਨਹੀਂ। ਯਾਨੀ ਤੈਨੂੰ ਜਾਣਨ ਦੀ ਪਿਆਸ ਜਿਹੜੀ ਹੈ ਮੇਰੀ, ਗਿਆਨ, ਤੇਰਾ ਗਿਆਨ ਹਾਸਲ ਕਰਨ ਦੀ ਜਿਹੜੀ ਮੈਨੂੰ ਪਿਆਸ ਲੱਗੀ ਹੈ, ਤਾਂਘ ਲੱਗੀ ਹੈ, ਉਹ ਮਿਟਦੀ ਨਹੀਂ, ਹੋਰ ਵੱਧਦੀ ਜਾਂਦੀ ਹੈ। ਕਿਉਂਕਿ ਜਲ ਮਹਿ ਅਗਨ ਉੱਠੀ ਅਧਿਕਾਏ। ਇਸ ਜਲ ਦੇ ਵਿੱਚੋਂ ਹੀ ਅਗਨੀ ਪੈਦਾ ਹੋ ਗਈ। ਹੁਣ ਪਾਣੀ ਪੀਣ ਦੇ ਨਾਲ ਪਿਆਸ ਮਿਟਦੀ ਹੈ। ਪਿਆਸ ਲੱਗੀ ਹੋਵੇ ਪਾਣੀ ਤੋਂ ਬਿਨਾਂ ਲੱਗਦੀ ਹੈ, ਅਤੇ ਪਾਣੀ ਪੀਣ ਨਾਲ ਪਿਆਸ ਮਿਟਦੀ ਹੈ। ਪਰ ਇਹ ਪਿਆਸ ਜਿਹੜੀ ਹੈ, ਯਾਨੀ ਗਿਆਨ, ਥੋੜ੍ਹਾ ਜਿਹਾ ਮੈਨੂੰ ਜਦੋਂ ਤੇਰਾ ਗਿਆਨ ਹੋਇਆ ਤੇ ਹੋਰ ਪਿਆਸ ਲੱਗੀ, ਹੋਰ ਗਿਆਨ ਹੋਇਆ, ਹੋਰ ਪਿਆਸ ਲੱਗੀ ਕਿ ਹੋਰ ਜਾਣਾ, ਹੋਰ ਜਾਣਾ। ਨਿਤ ਨਵਾਂ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਕਿ ਤੂੰ ਨਿਤ ਨਵਾਂ ਨਵਾਂ ਗਿਆਨ ਜਿਵੇਂ ਜਿਵੇਂ ਤੇਰਾ ਮੈਨੂੰ ਹਾਸਲ ਹੁੰਦਾ ਹੈ, ਉਵੇਂ ਉਵੇਂ ਤੇਰਾ ਗਿਆਨ ਪਾਉਣ ਦੀ ਮੈਨੂੰ ਹੋਰ ਤਾਂਘ ਵੱਧਦੀ ਜਾਂਦੀ ਹੈ। ਇਹ ਬੜਾ ਨਜ਼ਾਰਾ ਹੈ। ਕੁਦਰਤੀ ਨਿਯਮਾਂ ਨੂੰ, ਨੇਚਰ ਨੂੰ ਜਿੰਨਾ ਜਿੰਨਾ ਅਸੀਂ ਜਾਣਦੇ ਜਾਵਾਂਗੇ, ਜਿੰਨਾ ਜਿੰਨਾ ਅਸੀਂ ਇਹਨਾਂ ਨਿਯਮਾਂ ਨੂੰ ਸਮਝਦੇ ਜਾਵਾਂਗੇ, ਇਹਨੂੰ ਹੋਰ ਹੋਰ ਜਾਣਨ ਦੀ ਪਿਆਸ ਜਿਹੜੀ ਹੈ ਉਹ ਵੱਧਦੀ ਜਾਣੀ ਹੈ। ਬੜੇ ਵੱਡੇ ਵੱਡੇ ਸਾਇੰਟਿਸਟ ਹੋਏ ਆ ਜਿਨ੍ਹਾਂ ਨੇ ਇਸ ਨੂੰ ਸਮਝਣ ਦਾ ਜਾਂ ਇਹਨਾਂ ਵਿੱਚੋਂ ਕੋਈ ਖੋਜ ਕਰਨ ਦਾ ਯਤਨ ਕੀਤਾ, ਪੂਰੀ ਦੀ ਪੂਰੀ ਆਪਣੀ ਜ਼ਿੰਦਗੀ ਲਾ ਦਿੱਤੀ ਉਹ ਹੋਰ ਹੋਰ ਖੋਜਦੇ ਗਏ। ਅੱਜ ਵਿਗਿਆਨ ਤਰੱਕੀ ਕਰ ਰਿਹਾ। ਵਿਗਿਆਨ ਤਰੱਕੀ ਕਿਉਂ ਕਰ ਰਿਹਾ? ਕਿਉਂਕਿ ਜਾਣਨ ਵਾਲਿਆਂ ਦੀ ਪਿਆਸ ਵੱਧਦੀ ਜਾਂਦੀ ਹੈ। ਹਰ ਥਾਂ 'ਤੇ ਜਿਹੜਾ ਗਿਆਨ ਆ ਉਹ ਤਰੱਕੀ ਕਰਦਾ ਜਾ ਰਿਹਾ। ਚਾਹੇ ਵਿਗਿਆਨ ਦਾ ਗਿਆਨ ਹੋਵੇ। ਇੱਕ ਮੈਂ ਇਹ ਵੀ ਬੇਨਤੀ ਕਰਾਂ, ਜਿਹੜਾ ਗਿਆਨ ਹੈ ਉਹ ਕੇਵਲ ਇਹ ਨਹੀਂ ਹੁੰਦਾ ਕਿ ਅਧਿਆਤਮਿਕ ਗਿਆਨ ਹੋਰ ਹੈ ਅਤੇ ਪਦਾਰਥ ਦਾ ਗਿਆਨ ਹੋਰ ਹੈ। ਨਹੀਂ, ਅਧਿਆਤਮਿਕ ਅਤੇ ਪਦਾਰਥ ਇੱਕੋ ਹੀ ਹੈ। ਬਸ ਇੰਨਾ ਕਹਿ ਲਈਏ, ਐਂ ਮੰਨਿਆ, ਐਂ ਕਹਿ ਸਕਦੇ ਹਾਂ ਵੀ ਉਹਨੂੰ ਅਸੀਂ ਅਧਿਆਤਮਿਕ ਕਹਿ ਸਕਦੇ, ਜਿਹੜਾ ਆਪਣੇ ਦਿਮਾਗ ਦੇ ਵਿੱਚੋਂ ਪੈਦਾ ਹੋਇਆ ਗਿਆਨ ਹੁੰਦਾ, ਯਾਨੀ ਜਿਹੜਾ ਆਪਣੇ ਮਨ ਨੂੰ ਸਮਝਣ ਵਾਲਾ ਗਿਆਨ ਹੈ। ਅਤੇ ਇੱਕ ਬਾਹਰ ਵਾਲੀਆਂ ਚੀਜ਼ਾਂ ਨਾਲ ਉਹ ਪਦਾਰਥ ਦਾ ਗਿਆਨ ਕਹਿ ਲਈਏ, ਪਰ ਹੈ ਇੱਕੋ ਹੀ। ਜਿਵੇਂ ਜਿਵੇਂ ਨੇਚਰ ਨੂੰ ਸਮਝਦੇ ਜਾਵਾਂਗੇ ਉਵੇਂ ਉਵੇਂ ਆਪਣੀ ਸਮਝ ਵੀ ਆਉਂਦੀ ਜਾਣੀ ਹੈ। ਜਿਵੇਂ ਜਿਵੇਂ ਆਪਣੇ ਆਪ ਨੂੰ ਸਮਝਦੇ ਜਾਵਾਂਗੇ, ਬਾਹਰ ਦਾ ਵੀ ਜਿਹੜਾ ਗਿਆਨ ਹੈ ਸਾਨੂੰ ਹਾਸਲ ਹੁੰਦਾ ਜਾਣਾ। ਯਾਨੀ ਇੱਕ ਮਨੋਵਿਗਿਆਨ ਹੈ, ਇੱਕ ਬਾਹਰ ਵਿਗਿਆਨ, ਇੱਕ ਮਨੋਵਿਗਿਆਨ ਹੈ। ਮਨੋਵਿਗਿਆਨ ਦੇ ਬਾਹਰ ਵਿਗਿਆਨ ਜਿਵੇਂ ਹੈਗਾ, ਮਨੋਵਿਗਿਆਨ ਹੀ ਅਧਿਆਤਮਿਕ ਹੈ। ਹੋਰ ਕੋਈ ਅਧਿਆਤਮਿਕਤਾ ਇਸ ਤੋਂ ਇਲਾਵਾ ਵੱਖਰੀ ਅਧਿਆਤਮਿਕਤਾ ਹੋਰ ਕੋਈ ਨਹੀਂ ਹੈਗੀ। ਮਨ ਨੂੰ ਸਮਝਣਾ, ਆਪਣੇ ਆਪ ਨੂੰ ਸਮਝਣਾ ਅਧਿਆਤਮ ਦਾ ਗਿਆਨ ਹੈ। ਆਪਣੇ ਆਪ ਨੂੰ ਜਾਣਨਾ, ਆਪਣੇ ਆਪ ਦੀ ਖੋਜ ਹੀ ਰੱਬ ਦੀ ਖੋਜ ਹੈ। ਕੁਦਰਤ ਨੂੰ ਬਾਹਰੋਂ ਸਮਝ ਲਈਏ, ਅੰਦਰੋਂ ਸਮਝ ਲਈਏ, ਆਪਣੇ ਆਪ ਦੇ ਮਨ ਨੂੰ ਵੀ ਸਮਝ ਲਈਏ, ਇਹੀ ਗਿਆਨ ਹੈ। ਕਹਿਣ ਲੱਗੇ ਕਿ ਜਲ ਮੈਂ ਅਗਨ ਉੱਠੀ। ਜਿਵੇਂ ਜਿਵੇਂ ਆਪਣੇ ਆਪ ਨੂੰ ਸਮਝਿਆ, ਹੋਰ ਤਾਂਘ ਵੱਧ ਗਈ ਕਿ ਹੋਰ ਹੋਰ ਜਾਣੀ ਹੈ। ਮਨ ਕਿਵੇਂ ਕੰਮ ਕਰਦਾ ਹੈ, ਸਾਡਾ ਦਿਮਾਗ ਕਿਵੇਂ ਕਿਵੇਂ, ਸਾਡਾ ਜਿਹੜਾ
ਨੇਚਰ, ਸਾਡਾ ਸੁਭਾਅ ਹੈ, ਉਹ ਕਿਵੇਂ ਕਿਵੇਂ ਕਰਦਾ। ਆਪਣੇ ਸੁਭਾਅ ਨੂੰ ਸਮਝਣਾ ਹੀ ਆਪਣੇ ਆਪ ਨੂੰ ਸਮਝਣਾ ਹੈ। ਆਪਣੇ ਸੁਭਾਅ ਨੂੰ ਚੇਂਜ ਕਰਨਾ ਹੀ ਆਪਣੇ ਆਪ ਨੂੰ ਚੇਂਜ ਕਰਨਾ ਹੈਗਾ। ਕਬੀਰ ਜੀ ਕਹਿਣ ਲੱਗੇ ਕਿ ਜਿਵੇਂ ਜਿਵੇਂ ਮੈਨੂੰ ਗਿਆਨ ਹਾਸਲ ਹੋਇਆ, ਹੋਰ ਜਾਣਨ ਦੀ ਇੱਛਾ ਪੈਦਾ ਹੋ ਗਈ। ਜਲ ਮੈਂ ਅਗਨ ਉੱਠੀ ਦੇ, ਇਹ ਅਗਨੀ ਜਿਹੜੀ ਸੀ, ਨਹੀਂ ਪਿਆਸ ਜਿਹੜੀ ਸੀ, ਹੋਰ ਵੱਧ ਗਈ ਹੈ। ਅੱਗੇ ਕਹਿੰਦੇ ਤੂੰ ਜਲ ਨਿਧ ਹੋਂ ਜਲ ਕਾਮੀਨ। ਇੱਥੇ ਐਗਜ਼ਾਮਪਲਾਂ ਦਿੰਦੇ ਨੇ ਬਾਹਰ ਨੇਚਰ ਨੂੰ ਵੇਖ ਕੇ, ਬਾਹਰ ਨੇਚਰ ਨੂੰ ਵੇਖ ਕੇ ਦੇਖਦੇ ਨੇ ਬਾਹਰ, ਅਤੇ ਫਿਰ ਆਪਣੇ ਆਪ ਨੂੰ ਵੇਖਦੇ ਨੇ। ਬਾਹਰ ਵੇਖਦੇ ਨੇ ਕਿ ਇੱਕ ਸਮੁੰਦਰ ਹੈ, ਅਤੇ ਸਮੁੰਦਰ ਜਲ ਨਿਧ ਸਮੁੰਦਰ, ਅਤੇ ਉਸ ਦੇ ਵਿੱਚ ਰਹਿੰਦਾ ਮੀਨ ਮੱਛ। ਇੱਥੇ ਮੀਨ ਮੱਛ ਕਹਿ ਲਈਏ ਚਾਹੇ ਮੱਛੀ ਕਹੀਏ, ਯਾਨੀ ਇੱਕ ਮੱਛ ਹੈ ਜਿਹੜਾ ਸਮੁੰਦਰ ਦੇ ਵਿੱਚ ਰਹਿੰਦਾ ਹੈ ਅਤੇ ਕਦੇ ਸਮੁੰਦਰ ਤੋਂ ਬਾਹਰ ਨਹੀਂ ਜਾਂਦਾ। ਕਹਿਣ ਲੱਗੇ ਇਸੇ ਤਰ੍ਹਾਂ ਤੂੰ ਮੇਰੇ ਚਾਰ ਚੁਫੇਰੇ ਜੋ ਫੈਲਿਆ ਹੋਇਆ, ਜੋ ਜ਼ਰਰੇ ਜ਼ਰਰੇ ਵਿੱਚ ਵਸ ਰਹੇ ਹੈ, ਹਰ ਥਾਂ 'ਤੇ ਰਮਿਆ ਹੋਇਆ, ਇਸੇ ਤਰ੍ਹਾਂ ਜਿਵੇਂ ਸਮੁੰਦਰ ਚਾਰ ਚੁਫੇਰੇ ਫੈਲਿਆ ਅਤੇ ਵਿੱਚ ਮੱਛ ਹੈ, ਇਵੇਂ ਸਾਰੇ ਚਾਰ ਚੁਫੇਰੇ ਤੂੰ ਫੈਲਿਆ ਅਤੇ ਵਿੱਚ ਮੈਂ ਹੈਗਾ। ਜਿਵੇਂ ਮੱਛ ਬਾਹਰ ਨਹੀਂ ਜਾ ਸਕਦਾ ਕਦੇ ਪਾਣੀ ਤੋਂ ਬਿਨਾਂ, ਕਹਿਣ ਲੱਗੇ ਤੂੰ ਜਲ ਨਿਧ ਹੋਂ ਜਲ ਕਾਮੀਨ, ਜਲ ਮੈਂ ਰਹੂੰ ਜਲੈ ਬਿਨ ਖੀਨ। ਪਾਣੀ ਦੇ ਵਿੱਚ ਰਹਿੰਦਾ ਹਾਂ ਮੱਛ ਵਾਂਗ ਬਣ ਕੇ, ਅਤੇ ਪਾਣੀ ਤੋਂ ਬਿਨਾਂ ਕਮਜ਼ੋਰ ਹੋ ਜਾਂਦਾ, ਮਰ ਜਾਂਦਾ। ਇਸੇ ਤਰ੍ਹਾਂ ਇਸ ਕੁਦਰਤ ਨੂੰ ਜਾਣਨ ਤੋਂ ਬਿਨਾਂ, ਤੇਰੇ ਗਿਆਨ ਤੋਂ ਬਿਨਾਂ ਮੇਰੀ ਅਸਲ ਵਿੱਚ ਮੌਤ ਹੋ ਜਾਂਦੀ ਹੈ। ਕਿਉਂਕਿ ਜੇ ਗਿਆਨ ਨਹੀਂ ਹੈ, ਗਿਆਨ ਤੋਂ ਬਿਨਾਂ ਅਗਿਆਨਤਾ ਜਿਹੜਾ ਜੀਵਨ ਹੈ ਉਹ ਮੁਰਦਿਆਂ ਦੇ ਜੀਵਨ ਵਾਂਗ ਹੈ। ਜਿਵੇਂ ਮੁਰਦੇ ਨੂੰ ਕਿਸੇ ਗੱਲ ਦਾ ਨਹੀਂ ਪਤਾ ਹੁੰਦਾ, ਜ਼ਿੰਦਾ ਬੰਦੇ ਨੂੰ ਪਤਾ ਹੁੰਦਾ। ਇਸੇ ਤਰ੍ਹਾਂ ਹੀ ਜਦੋਂ ਅਸੀਂ ਗਿਆਨਵਾਨ ਹੁੰਦੇ ਹਾਂ, ਸਾਨੂੰ ਸਾਰੀ ਗੱਲ ਦੀ ਸਮਝ ਹੈ, ਅਸੀਂ ਜਿਉਂਦੇ ਹਾਂ। ਕਬੀਰ ਜੀ ਕਹਿਣ ਲੱਗੇ ਕਿ ਜਦੋਂ ਤੇਰਾ ਚਾਰ ਚੁਫੇਰੇ ਫੈਲਿਆ ਗਿਆਨ ਮੈਨੂੰ ਨਹੀਂ ਮਿਲਦਾ, ਤੇ ਸਮਝੋ ਕਿ ਮੇਰੀ ਮੌਤ ਹੋ ਜਾਂਦੀ ਹੈ, ਜਿਵੇਂ ਪਾਣੀ ਤੋਂ ਬਿਨਾਂ ਮੱਛੀ ਦੀ ਹੁੰਦੀ ਹੈ। ਤੂੰ ਪਿੰਜਰ ਹੋਂ ਸੂਅਟਾ ਤੋਰ। ਹੁਣ ਦੂਜੀ ਐਗਜ਼ਾਮਪਲ ਕਹਿਣ ਲੱਗੇ, ਜਿਵੇਂ ਦੇਖੋ ਇੱਕ ਪਿੰਜਰਾ ਹੁੰਦਾ ਅਤੇ ਪਿੰਜਰੇ ਵਿੱਚ ਕਮਜ਼ੋਰ ਜਿਹਾ ਇੱਕ ਤੋਤਾ ਹੁੰਦਾ ਹੈ। ਤੋਤਾ ਕਮਜ਼ੋਰ ਹੈ, ਪਰ ਬਿੱਲਾ ਉਹਨੂੰ ਖਾਣ ਵਾਲਾ ਜਿਹੜਾ ਹੁੰਦਾ ਉਹ ਤਾਕਤਵਰ ਹੁੰਦਾ ਹੈ। ਜੇ ਤੋਤਾ ਪਿੰਜਰੇ ਵਿੱਚ ਕੈਦ ਨਾ ਹੋਵੇ ਤਾਂ ਸ਼ਾਇਦ ਬਿੱਲਾ ਖਾ ਸਕਦਾ ਹੈ। ਕਹਿਣ ਲੱਗੇ ਇਸੇ ਤਰ੍ਹਾਂ ਮਾਨੋ ਕਿ ਚਾਰ ਚੁਫੇਰੇ ਜਿਹੜਾ ਤੂੰ ਮੇਰੇ ਫੈਲਿਆ ਹੋਇਆ, ਤੇਰਾ ਇਹ ਗਿਆਨ ਇੱਕ ਪਿੰਜਰੇ ਦੀ ਤਰ੍ਹਾਂ ਮੇਰੀ ਰਾਖੀ ਕਰ ਰਿਹਾ ਹੈ। ਪਰਮਾਤਮਾ ਅਤੇ ਪਰਮਾਤਮਾ ਦਾ ਗਿਆਨ ਵੱਖ ਵੱਖ ਨਹੀਂ ਹੈ। ਜਿਵੇਂ ਗਿਆਨ ਗੁਰੂ ਹੈ ਅਤੇ ਜਿਹੜਾ ਫੈਲੀ ਹੋਈ ਐਨਰਜੀ ਹੈ ਇਹ ਪਰਮਾਤਮਾ ਹੈ। ਇਹ ਨਿਯਮ ਜਿਹੜੇ ਹੈ, ਇਹਨਾਂ ਨੂੰ ਸਮਝਣਾ ਹੀ ਗੁਰੂ ਨੂੰ ਸਮਝ ਲੈਣਾ, ਗੁਰੂ ਦੀ ਗੱਲ ਨੂੰ ਸਮਝ ਲੈਣਾ। ਇਹ ਜੋ ਐਨਰਜੀ ਚਾਰ ਚੁਫੇਰੇ ਫੈਲੀ ਹੈ, ਇਹਦਾ ਜਿੰਨਾ ਜਿੰਨਾ ਗਿਆਨ ਹੁੰਦਾ ਜਾਏਗਾ, ਉਨਾ ਅਸੀਂ ਮੌਤ ਦੀ ਜਿਹੜੀ ਆਤਮਕ ਮੌਤ ਹੈ, ਸਾਡੀ ਆਤਮਕ ਮੌਤ ਦਾ ਮਤਲਬ ਜਿਹੜਾ ਅਸੀਂ ਅਗਿਆਨਤਾ ਦੇ ਹਨੇਰੇ ਵਿੱਚ ਮਰਦੇ ਹਾਂ, ਦੁੱਖਾਂ ਦੇ ਵਿੱਚ ਮਰਦੇ ਹਾਂ। ਰੋਜ਼ ਸਾਡੀ ਮੌਤ ਹੋ ਰਹੀ ਹੈ, ਬਿਨਾਂ ਸਮਝ ਤੋਂ ਬਿਨਾਂ ਅਕਲ ਤੋਂ ਸਾਡੀ ਮੌਤ ਹੈ। ਅਸੀਂ ਦੁੱਖਾਂ ਵਿੱਚ, ਤਕਲੀਫ ਵਿੱਚ ਬੜੇ ਰੋਜ਼ ਮਰ ਰਹੇ ਹਾਂ। ਉਹ ਮੌਤ ਤੋਂ ਅਸੀਂ ਬਚ ਜਾਂਦੇ। ਕਹਿਣ ਲੱਗੇ ਜਿਵੇਂ ਪਿੰਜਰਾ ਤੋਤੇ ਨੂੰ ਬਚਾ ਲੈਂਦਾ, ਇਸੇ ਤਰ੍ਹਾਂ ਮਾਨੋ ਕਿ ਤੂੰ ਚਾਰ ਚੁਫੇਰੇ ਫੈਲਿਆ ਹੋਇਆ, ਤੇਰਾ ਜਿਹੜਾ ਵਿੱਚੋਂ ਗਿਆਨ ਆ ਪਿੰਜਰੇ ਦਾ ਕੰਮ ਕਰ ਰਿਹਾ, ਅਤੇ ਮੈਂ ਵਿੱਚ ਤੋਤਾ ਬਚਿਆ ਹੋਇਆ। ਹੁਣ ਜੰਮ ਮਝਾਰ ਕਹਿੰਦੇ ਬਿੱਲੇ ਨੂੰ, ਹੁਣ ਮੌਤ ਰੂਪੀ ਬਿੱਲਾ ਕਹਾਂ ਕਰੇ ਮੋਰ, ਮੈਨੂੰ ਕੀ ਵਿਗਾੜ ਸਕਦਾ, ਮੇਰਾ ਕੀ ਵਿਗਾੜ ਸਕਦਾ। ਤੂੰ ਤਰਵਰ ਹੋਂ ਪੰਖੀ ਆਹੇ, ਮੰਦ ਭਾਗੀ ਤੇਰੋ ਦਰਸ਼ਨ ਨਾਹੇ। ਕਹਿਣ ਲੱਗੇ ਤੂੰ ਤਰਵਰ ਦਾ ਮਤਲਬ ਦਰਖਤ ਹੈ। ਤੂੰ ਇੱਕ ਦਰਖਤ ਹੈ ਅਤੇ ਮੈਂ ਉੱਤੇ ਬੈਠਣ ਵਾਲਾ, ਤੇਰੇ ਸਹਾਰੇ ਰਹਿਣ ਵਾਲਾ ਇੱਕ ਪੰਛੀ ਹਾਂ। ਜਿਵੇਂ ਪੰਛੀ ਦਰਖਤਾਂ ਦੇ ਸਹਾਰੇ ਬਚਦਾ ਹੈ, ਇਸੇ ਤਰ੍ਹਾਂ ਤੂੰ ਚਾਰ ਚੁਫੇਰੇ ਫੈਲਿਆ ਹੋਇਆ, ਤੇਰੇ ਸਹਾਰੇ ਮੈਂ ਬਚਿਆ, ਮੈਂ ਇੱਕ ਪੰਛੀ ਰਹਿ। ਮੰਦ ਭਾਗੀ ਤੇਰੋ ਦਰਸ਼ਨ ਨਾਹੇ, ਅਤੇ ਉਹ ਅਸਲੀ ਮੰਦੇ ਭਾਗਾਂ ਵਾਲਾ ਹੈ, ਮਾੜੇ ਭਾਗਾਂ ਵਾਲਾ, ਜਿਹੜਾ ਤੇਰਾ ਦਰਸ਼ਨ ਨਹੀਂ ਕਰ ਰਿਹਾ। ਹੁਣ ਜੇ ਕਹਿ ਲਈਏ ਕਿ ਰੱਬ ਦਾ ਦਰਸ਼ਨ, ਰੱਬ ਨੂੰ ਪਾ ਲੈਣਾ, ਰੱਬ ਦਾ ਦਰਸ਼ਨ ਕੀ ਹੈ, ਰੱਬ ਦਾ ਦਰਸ਼ਨ ਕਿਵੇਂ ਮਿਲੇਗਾ? ਅੱਜ ਤੱਕ ਜਿਹੜੇ ਧਾਰਮਿਕ ਲੋਕ ਹੋਏ, ਜਿਹੜੇ ਧਰਮ ਦੇ ਨਾਂ 'ਤੇ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ, ਉਹਨਾਂ ਨੇ ਪਹਿਲਾਂ ਤਾਂ ਇੱਕ ਗੱਲ ਇਹ ਕਿਹਾ ਹੀ ਕਿ ਰੱਬ ਤੁਹਾਨੂੰ ਦਰਸ਼ਨ ਦੇਵੇਗਾ, ਰੱਬ ਆਏਗਾ, ਤੁਸੀਂ ਉਹਦੀ ਭਗਤੀ ਕਰੋ, ਤੁਸੀਂ ਉਹਦਾ ਨਾਮ ਜਪੋ, ਤੁਸੀਂ ਉਹਦੀ ਇੱਦਾਂ ਸਮਾਧੀ ਲਾਓ। ਹਰ ਇੱਕ ਨੇ ਆਪੋ ਆਪਣੇ ਤਰੀਕੇ ਨਾਲ ਕਿਹਾ ਕਿ ਰੱਬ ਤੁਹਾਨੂੰ ਆ ਕੇ ਦਰਸ਼ਨ ਦੇਵੇਗਾ। ਪਰ ਹੋਇਆ ਕਿ ਜਦੋਂ ਦਰਸ਼ਨ ਦੇਣੇ ਬੰਦ ਕੀਤੇ, ਦਰਸ਼ਨ ਕਿਸੇ ਨੂੰ ਨਾ ਹੋਏ, ਤਾਂ ਫਿਰ ਉਸੇ ਬੰਦੇ ਨੇ ਦੂਜੀ ਜੁਗਤ ਲੱਭ ਲਈ। ਕਹਿਣ ਲੱਗੇ ਕਿ ਪਹਿਲਾਂ ਕਹਿੰਦਾ ਰੱਬ ਤੁਹਾਡੇ ਕੋਲ ਆਏਗਾ ਅਤੇ ਤੁਹਾਨੂੰ ਦਰਸ਼ਨ ਦੇਵੇਗਾ, ਫਿਰ ਕਹਿਣ ਲੱਗਿਆ ਨਹੀਂ, ਜਦੋਂ ਸਵਾਲ ਇਹ ਖੜਾ ਹੋ ਗਿਆ ਕਿ ਰੱਬ ਕਿਉਂ ਨਹੀਂ ਆਇਆ, ਅਤੇ ਉਦੋਂ ਕਿਹਾ ਕਿ ਨਹੀਂ, ਅਸੀਂ ਰੱਬ ਕੋਲੇ ਜਾਣਾ,
ਮਰਨ ਤੋਂ ਬਾਅਦ ਅਸੀਂ ਰੱਬ ਕੋਲੇ ਜਾਣਾ। ਫਿਰ ਉੱਥੋਂ ਮਰਨ ਤੋਂ ਬਾਅਦ ਦੀ ਜ਼ਿੰਦਗੀ ਦੇ ਕਿਰਿਆ ਕਰਮ ਉਹਨੇ ਸ਼ੁਰੂ ਕਰਵਾ ਦਿੱਤੇ। ਲੇਕਿਨ ਦਰਸ਼ਨ ਨਾ ਮਰਨ ਤੋਂ ਬਾਅਦ ਕਿਸੇ ਨੇ ਵੇਖੇ, ਨਾ ਪਹਿਲਾਂ ਕਿਸੇ ਨੇ ਵੇਖੇ। ਲੇਕਿਨ ਨਾਨਕ ਪਾਤਸ਼ਾਹ ਜੀ ਕਹਿੰਦੇ, ਨਾਨਕ ਕਾ ਪਾਤਸ਼ਾਹ ਦਿਸੈ ਜ਼ਾਹਰਾ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲ ਰਹਿ। ਹਰ ਪਾਸੇ ਹੀ ਤੂੰ ਰਮਿਆ ਹੋਇਆ। ਜਿਹਨੂੰ ਇਹ ਨਾ ਦਿਖਿਆ, ਜਿਹਨੂੰ ਸਾਹਮਣੇ ਰੱਬ ਨਾ ਦਿਖਿਆ, ਉਹਨੂੰ ਮਰਨ ਤੋਂ ਬਾਅਦ ਰੱਬ ਵੀ ਨਹੀਂ ਦਿਖਣਾ। ਇਸ ਕਰਕੇ ਉਹ ਮੰਦੇ ਭਾਗਾਂ ਵਾਲਾ ਹੈ। ਤੂੰ ਤੇ ਜ਼ਰਰੇ ਜ਼ਰਰੇ ਵਿੱਚ ਹੀ ਸਮਾਇਆ ਹੋਇਆ, ਐਨਰਜੀ ਦੇ ਰੂਪ ਵਿੱਚ, ਨਿਯਮਾਂ ਦੇ ਰੂਪ ਵਿੱਚ, ਕੁਦਰਤ ਦੇ ਰੂਪ ਵਿੱਚ, ਹਰ ਥਾਂ ਤੇ ਤੂੰ ਸਮਾਇਆ ਹੋਇਆ। ਬਸ ਦਰਸ਼ਨ ਕਿਉਂ ਨਹੀਂ ਹੁੰਦੇ? ਕਿਉਂਕਿ ਸਮਝ ਨਹੀਂ ਆਉਂਦੀ, ਗਿਆਨ ਨਹੀਂ ਹੁੰਦਾ। ਗੁਰੂ ਤੋਂ ਬਿਨਾ ਰੱਬ ਨਹੀਂ ਮਿਲਦਾ, ਤੇ ਇਹਦਾ ਮਤਲਬ ਹੈ ਗਿਆਨ ਤੋਂ ਬਿਨਾ ਇਸ ਪ੍ਰਕਿਰਤੀ ਵਿੱਚ ਵਸੀ ਹੋਈ ਐਨਰਜੀ ਪਾਵਰ ਦੀ ਸਾਨੂੰ ਸਮਝ ਨਹੀਂ ਆਉਣੀ, ਸਾਨੂੰ ਰੱਬ ਦੇ ਦੀਦਾਰ ਨਹੀਂ ਹੋਣੇ, ਉਹਨਾਂ ਨਿਯਮਾਂ ਦਾ ਸਾਨੂੰ ਨਹੀਂ ਪਤਾ ਲੱਗ ਸਕਣਾ। ਇਹ ਗਿਆਨ ਹੀ ਸਾਨੂੰ ਉਸ ਰੱਬ ਤੱਕ ਪਹੁੰਚਾਉਂਦਾ ਹੈ ਜਿਹੜਾ ਜ਼ਰਰੇ ਜ਼ਰਰੇ ਵਿੱਚ ਵਸਦਾ ਹੈ। ਅੱਗੇ ਕਹਿੰਦੇ, ਇਹ ਮੰਦੇ ਭਾਗਾਂ ਵਾਲਾ ਹੈ ਜਿਹਨੂੰ ਤੇਰੇ ਦਰਸ਼ਨ ਨਹੀਂ ਹੁੰਦੇ। ਤੂੰ ਸਤਿਗੁਰ, ਮੈਂ ਪਹਿਲਾਂ ਗੱਲ ਕੀਤੀ ਸੀ ਕਿ ਗੁਰੂ ਦੇ ਵਿੱਚ ਤੇ ਰੱਬ ਵਿੱਚ ਕੋਈ ਫਰਕ ਨਹੀਂ। ਗੁਰ ਪਰਮੇਸ਼ਰ ਇੱਕੋ ਜਾਣ ਦਾ ਮਤਲਬ ਹੀ ਇਹ ਹੈ। ਹੁਣ ਕੀ ਹੋਇਆ, ਇੱਥੇ ਗੱਲ ਥੋੜ੍ਹੀ ਸਮਝਣ ਵਾਲੀ ਹੈ। ਕਈਆਂ ਨੇ ਕਹਿ ਦਿੱਤਾ ਕਿ ਇੱਕ ਪੰਕਤੀ ਚੱਕੀ, ਪੰਕਤੀ ਚੱਕ ਕੇ ਕਹਿ ਦਿੱਤਾ ਗੁਰੂ ਨਾਨਕ ਸਾਹਿਬ ਤਾਂ ਰੱਬ ਹੈ, ਨਾਨਕ ਰੱਬ ਹੈ। ਲੇਕਿਨ ਨਾਨਕ ਪਾਤਸ਼ਾਹ ਦੀ ਬਾਣੀ ਕੀ ਕਹਿੰਦੀ ਹੈ? ਨਾਨਕ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ, ਸੋ ਮੁਖ ਜਲੋ ਜਿਤ ਕੈ ਠਾਕੁਰ ਜੋਨੀ। ਉਹ ਮੁਖ ਸੜ ਜਾਣਾ ਚਾਹੀਦਾ ਹੈ ਜਿਹੜੀ ਕਹਿੰਦੀ ਹੈ ਕਿ ਠਾਕੁਰ ਜਿਹੜਾ, ਜਿਹਨੂੰ ਤੁਸੀਂ ਰੱਬ ਕਹਿੰਦੇ ਹੋ, ਉਹ ਜਨਮ ਲੈਂਦਾ ਹੈ। ਨਹੀਂ, ਉਹ ਜਨਮ ਲੈਂਦਾ ਹੀ ਨਹੀਂ ਕਦੇ, ਉਹ ਕਦੇ ਜਨਮ ਨਹੀਂ ਲੈਂਦਾ। ਲੇਕਿਨ ਨਾਨਕ ਪਾਤਸ਼ਾਹ ਦਾ ਜਨਮ ਹੋਇਆ, ਕਬੀਰ ਦਾ ਜਨਮ ਹੋਇਆ, ਰਵਿਦਾਸ ਜੀ ਦਾ ਜਨਮ ਹੋਇਆ। ਇੱਥੇ ਜਿੰਨੇ ਵੀ ਬੰਦੇ ਆ ਸਾਰਿਆਂ ਦਾ ਜਨਮ ਹੋਇਆ, ਤੇ ਜਨਮ ਮਾਂ ਦੇ ਗਰਭ ਵਿੱਚੋਂ ਹੋਇਆ। ਇਸੇ ਤਰ੍ਹਾਂ ਨਾਨਕ ਦਾ ਜਨਮ ਵੀ ਮਾਂ ਦੇ ਗਰਭ ਵਿੱਚੋਂ ਹੋਇਆ। ਉਹ ਆਮ ਇੱਕ ਹੁਣ ਇੱਥੇ ਸ਼ਬਦ ਆਮ ਵਰਤਾਂਗੇ ਤਾਂ ਲੱਗੇਗਾ ਪਤਾ ਨਹੀਂ ਕੀ ਕਹਤਾ। ਨਹੀਂ, ਸਾਡੇ ਵਾਂਗੂ ਹੀ ਜੰਮੇ ਆ, ਸਾਡੇ ਵਾਂਗੂ ਹੀ ਉਹਨਾਂ ਦੀ ਪਰਵਰਿਸ਼ ਹੋਈ ਹੈ, ਸਾਡੇ ਵਾਂਗੂ ਹੀ ਇੱਕ ਇਨਸਾਨ ਦੇ ਵਾਂਗੂ ਹੀ ਉਹ ਜ਼ਿੰਦਗੀ ਜਿਉਂ ਕੇ ਇੱਕ ਦਿਨ ਇਸ ਸੰਸਾਰ ਤੋਂ ਅਲਵਿਦਾ ਕਹਿ ਗਏ। ਯਾਨੀ ਇੱਥੋਂ ਉਹਨਾਂ ਦੇ ਸਰੀਰ ਨੂੰ ਮੌਤ ਵੀ ਆਈ ਹੈ, ਜਿਵੇਂ ਆਮ ਬੰਦੇ ਦੀ ਮੌਤ ਆਉਂਦੀ ਹੈ। ਇਸੇ ਤਰ੍ਹਾਂ ਨਾਨਕ ਰੱਬ ਉੱਦਾਂ ਨਹੀਂ ਹੈ। ਨਾਨਕ ਨੇ ਕਿਹਾ ਸ਼ਬਦ ਗੁਰੂ ਹੈ। ਸ਼ਬਦ ਗੁਰੂ ਯਾਨੀ ਸ਼ਬਦ ਦਾ ਮਤਲਬ ਹੈ ਗਿਆਨ। ਗਿਆਨ ਗੁਰੂ ਹੈ, ਗਿਆਨ ਹੀ ਤੂੰ ਹੈ। ਅਸਲ ਵਿੱਚ ਕਹਿੰਦੇ ਤੂੰ ਸਤਿਗੁਰ, ਤੂੰ ਹੀ ਮੇਰਾ, ਤੇਰਾ ਵਿੱਚ ਜਿਹੜਾ ਗਿਆਨ ਹੈ ਉਹ ਤੂੰ ਤੇ ਤੇਰਾ ਗਿਆਨ ਵੱਖ ਵੱਖ ਨਹੀਂ ਹੈ। ਤੇਰਾ ਤੂੰ ਤੇ ਤੇਰਾ ਗਿਆਨ ਵੱਖ ਵੱਖ ਨਹੀਂ ਹੈ। ਤੇਰਾ ਦਰਸ਼ਨ ਕਦੋਂ ਹੁੰਦਾ? ਜਦੋਂ ਤੇਰਾ ਗਿਆਨ ਹੋਵੇ। ਗਿਆਨ ਦਾ ਮਿਲ ਜਾਣਾ ਹੀ ਤੇਰਾ ਦਰਸ਼ਨ ਹੋ ਜਾਣਾ ਹੈ। ਇਸੇ ਤਰ੍ਹਾਂ ਤੂੰ ਹੀ, ਤੇਰੇ ਵਿੱਚੋਂ ਹੀ ਯਾਨੀ ਕੁਦਰਤ ਵਿੱਚੋਂ ਹੀ ਗਿਆਨ ਸਾਨੂੰ ਮਿਲਦਾ ਹੈ। ਜਿਨ੍ਹਾਂ ਨੇ ਵੀ, ਹੁਣ ਕਬੀਰ ਜੀ ਨੇ ਜੇ ਜਲ ਨਿਧ ਯਾਨੀ ਸਮੁੰਦਰ ਦੀ ਉਦਾਹਰਨ ਦਿੱਤੀ ਤਾਂ ਕੁਦਰਤ ਦੇ ਵਿੱਚੋਂ ਦਿੱਤੀ ਹੈ। ਜੇ ਪਿੰਜਰੇ ਦੀ ਉਦਾਹਰਨ ਦਿੱਤੀ ਹੈ ਕੁਦਰਤ ਦੇ ਵਿੱਚੋਂ ਦਿੱਤੀ ਹੈ। ਜੇ ਦਰਖਤ ਤੇ ਪੰਛੀ ਦੀ ਉਦਾਹਰਨ ਦਿੱਤੀ ਹੈ ਤਾਂ ਵੀ ਕੁਦਰਤ ਦੇ ਵਿੱਚੋਂ ਦਿੱਤੀ ਹੈ। ਗੁਰਬਾਣੀ ਦੇ ਵਿੱਚ ਜਿੰਨੀਆਂ ਐਗਜ਼ਾਮਪਲ ਆਉਣਗੀਆਂ ਇਹ ਕੁਦਰਤ ਦੇ ਵਿੱਚੋਂ ਆਉਣਗੀਆਂ। ਕੁਦਰਤ ਤੋਂ ਇਲਾਵਾ ਬਾਹਰੋਂ ਕਿਤੋਂ ਹੋਰ ਨਹੀਂ ਆਉਂਦੀਆਂ। ਸਾਰਾ ਗਿਆਨ ਕੁਦਰਤ ਦੇ ਵਿੱਚ ਹੈ। ਉਹ ਕੁਦਰਤ ਦੇ ਵਿੱਚ ਹੀ ਅਸੀਂ ਹਾਂ, ਅਤੇ ਸਾਡੇ ਵਿੱਚ ਜਿਹੜਾ ਮਨ ਉਹ ਵੀ ਕੁਦਰਤ ਦੇ ਵਿੱਚ ਹੈ। ਸਾਰਾ ਕੁਝ ਕੁਦਰਤੀ ਤੌਰ 'ਤੇ ਜੋ ਹੈ ਉਹਦੇ ਵਿੱਚੋਂ ਹੀ ਗਿਆਨ ਦੀ ਸਾਨੂੰ ਸਮਝ ਪੈਂਦੀ ਹੈ। ਕਹਿਣ ਲੱਗੇ ਕੁਦਰਤ ਤੇ ਕੁਦਰਤ ਦਾ ਗਿਆਨ ਇੱਕੋ ਜਿਹਾ, ਕਿਉਂਕਿ ਜਿਵੇਂ ਜਿਵੇਂ ਗਿਆਨ ਹਾਸਲ ਹੁੰਦਾ ਉਵੇਂ ਉਵੇਂ ਕੁਦਰਤ ਦੀ ਸਮਝ ਸਾਨੂੰ ਆਉਂਦੀ ਹੈ, ਉਵੇਂ ਉਵੇਂ ਉਹਦਾ ਦਰਸ਼ਨ ਹੁੰਦਾ ਹੈ। ਕਹਿਣ ਲੱਗੇ ਤੂੰ ਤੇ ਤੇਰਾ ਗਿਆਨ ਇੱਕੋ, ਇਸ ਲਈ ਤੂੰ ਸਤਿਗੁਰ ਵੀ ਤੂੰ ਹੈ। ਤੂੰ ਸਤਿਗੁਰ ਹਉ ਨੌ ਤਨ ਚੇਲਾ। ਕਹਿਣ ਲੱਗੇ ਮੈਂ ਤੇਰਾ ਨਵਾਂ ਚੇਲਾ। ਨਵਾਂ ਕਿਉਂ ਆ? ਕਿਉਂਕਿ ਮੈਨੂੰ ਸਮਝ ਹੁਣ ਆਈ ਹੈ, ਪਹਿਲਾਂ ਮੈਨੂੰ ਸਮਝ ਨਹੀਂ ਸੀ। ਹਮੇਸ਼ਾ ਹੀ ਨਵਾਂ ਹੀ ਰਹਿਣਾ, ਕਿਉਂਕਿ ਹੋਰ ਹੋਰ ਤੇਰੀ ਸਮਝ ਆਉਂਦੀ ਰਹਿਣੀ ਹੈ। ਤੇਰਾ ਚੇਲਾ ਹੈ, ਤੂੰ ਮੇਰਾ ਗੁਰੂ ਹੈ। ਗੁਰੂ ਤੇ ਚੇਲਾ ਜਿਵੇਂ ਹੁੰਦੇ, ਇੱਦਾਂ ਮੈਂ ਵੀ ਤੇਰਾ ਚੇਲਾ। ਮੈਨੂੰ ਤੇਰੀ ਸਮਝ ਅੱਜ ਆਈ ਹੈ ਕਿ ਤੂੰ ਤੇ ਜ਼ਰਰੇ ਜ਼ਰਰੇ ਵਿੱਚ ਸਮਾਇਆ। ਤੂੰ ਸਤਿਗੁਰ ਹਉ ਨੌ ਤਨ ਚੇਲਾ, ਕਹਿ ਕਬੀਰ ਮਿਲ ਅੰਤ ਕੀ ਬੇਲਾ। ਕਬੀਰ ਜੀ ਕਹਿਣ ਲੱਗੇ ਕਿ ਮਿਲ ਅੰਤ ਕੀ ਬੇਲਾ, ਇਹਦਾ ਮਤਲਬ ਕੀ ਹੈ? ਇੱਥੇ ਕਈ ਟੀਕਾਕਾਰਾਂ ਨੇ ਦੇ ਅਰਥ ਇੱਦਾਂ ਕੀਤੇ ਹੈ ਕਿ ਕਬੀਰ ਜੀ ਕਹਿੰਦੇ ਆ ਕਿ ਹੁਣ ਅਖੀਰ ਯਾਨੀ ਮਨੁੱਖਾ ਜਨਮ ਜਦੋਂ ਮੇਰਾ ਅਖੀਰ 'ਤੇ ਹੋਇਆ ਤਾਂ ਮੈਨੂੰ ਤੂੰ ਮਿਲੀ ਨਹੀਂ, ਮਿਲਿਆ ਹੋਇਆ ਤਾਂ ਅਸਲ ਵਿੱਚ ਹੈ। ਇੱਥੇ ਅੰਤ ਕੀ ਬੇਲਾ ਦਾ ਮਤਲਬ ਹੈ ਅਖੀਰ ਤੱਕ ਬਸ ਤੂੰ ਮੈਨੂੰ ਮਿਲਿਆ ਰਹੇ, ਅਖੀਰ ਤੱਕ ਹਮੇਸ਼ਾ। ਜਿਵੇਂ ਆਪਾਂ ਕਿਸੇ ਚੀਜ਼ ਦਾ ਅਖੀਰ ਕਹਿੰਦੇ ਹਾਂ,
ਕਿ ਅੰਤ ਤੱਕ ਮੈਂ ਹਮੇਸ਼ਾ ਹੀ ਤੇਰੇ ਨਾਲ ਰਹਿਣਾ ਹੈ। ਅਖੀਰ ਕੁਛ ਵੀ ਹੋ ਜਾਏ ਮੈਂ ਤੇਰੇ ਨਾਲ ਰਹਾਂ, ਬਸ ਮੇਰੀ ਇਹ ਤਾਂਘ ਹੈ ਕਿ ਮੈਨੂੰ ਤੇਰਾ ਦਰਸ਼ਨ ਹਮੇਸ਼ਾ ਹੁੰਦਾ ਰਹੇ। ਅੰਤ ਹਮੇਸ਼ਾ ਹੀ, ਅੰਤ ਦਾ ਮਤਲਬ ਹੈ ਅਖੀਰ, ਅਖੀਰ ਦਾ ਮਤਲਬ ਹੈ ਹਮੇਸ਼ਾ। ਕਹਿ ਕਬੀਰ ਮਿਲ ਅੰਤ ਕੀ ਬੇਲਾ, ਮਿਲਿਆ ਰਹੇ ਤੂੰ ਅਖੀਰ ਤੱਕ, ਹਮੇਸ਼ਾ ਹੀ ਮੈਨੂੰ ਇਸੇ ਤਰ੍ਹਾਂ ਮਿਲਿਆ ਰਵੇਂ। ਮੈਂ ਕੁਦਰਤ ਨੂੰ ਸਮਝਦਾ ਰਵਾਂ, ਕੁਦਰਤ ਦੇ ਵਿੱਚੋਂ ਗਿਆਨ ਹਾਸਲ ਕਰਦਾ ਰਵਾਂ। ਜਿਵੇਂ ਜਿਵੇਂ ਰੋਜ਼ ਰੋਜ਼ ਤੂੰ ਮੈਨੂੰ ਮਿਲਦਾ ਰਵੇਂ, ਉਵੇਂ ਉਵੇਂ ਤੂੰ ਮੈਨੂੰ ਮਿਲਿਆ ਰਹੇਗਾ। ਤੇਰਾ ਗਿਆਨ ਮੈਨੂੰ ਇੱਦਾਂ ਹੀ ਮਿਲਿਆ ਰਵੇ ਕਿ ਤੇਰੇ ਜਲ ਦੀ ਜਿਹੜੀ ਪਿਆਸ ਹੈ ਉਹ ਕਦੇ ਮਿਟੇ ਨਾ, ਤੇਰੇ ਨਾਮ ਦੀ ਪਿਆਸ ਕਦੇ ਮਿਟੇ ਨਾ। ਇਸ ਤਰ੍ਹਾਂ ਕਬੀਰ ਜੀ ਕਹਿਣ ਲੱਗੇ ਕਿ ਅਖੀਰ ਜਿਹੜੀ ਜਲ ਦੀ ਪਿਆਸ ਹੈ ਉਹ ਕਦੇ ਮਿਟੀ ਨਹੀਂ ਤੇ ਨਾ ਹੀ ਕਦੇ ਮਿਟੇ। ਇਸੇ ਤਰ੍ਹਾਂ ਰੋਜ਼ ਰੋਜ਼ ਗਿਆਨ ਹਾਸਲ ਕਰਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।